ਦੁਨੀਆ ਦੇ ਨਕਸ਼ੇ ਤੇ ਉਕਰਿਆ ਪੰਜਾਬ ਦੀ ਮਹਾਨ ਧਰਤੀ ਤੇ ਸੁਸ਼ੋਭਿਤ ਨਗਰ ਮਜਾਰਾ ਨਵਾਬਾਦ, ਜਿਸ ਨੂੰ ਕਿ ਸੰਗਤਾਂ ਆਪਣੇ ਸੋਹਣੇ ਪ੍ਰੀਤਮ ਦੀ ਯਾਦ ਵਿੱਚ ਮਜਾਰਾ ਰਾਜਾ ਸਾਹਿਬ ਜੀ ਕਹਿੰਦੇ ਨੇ। ਰਸੋਖਾਨਾ ਤੇ ਸਮਾਧ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ, ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਮਹਾਰਾਜ ਨੇ ਜਿੱਥੇ ਲੋਕਾਈ ਨੂੰ ਨਾਮ ਬਾਣੀ ਦੇ ਛੱਟੇ ਮਾਰ-ਮਾਰ ਸ਼ਾਰ-ਸ਼ਾਰ ਕੀਤਾ, ਜਿੱਥੇ ਸਤਿਗੁਰੂ ਨੇ ਕਲਯੁਗੀ ਜੀਵਾਂ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਸੁਖ ਸਮਰਿੱਧੀ ਪਹੁੰਚਾਈ, ਉੱਥੇ ਮਹਾਰਾਜ ਨੇ ਸੰਗਤਾਂ ਦੀ ਸਰੀਰਕ ਤ੍ਰਿਪਤੀ ਲਈ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਰਸਤੇ ਨੂੰ ਹੋਰ ਪਕੇਰਾਂ ਕਰਦਿਆਂ ਲੌ ਲੰਗਰ ਨੂੰ ਤਪਾਉਣ ਦੀ ਬਖਸ਼ਿਸ਼ ਵੀ ਕੀਤੀ। ਇੱਕ ਦੁਆਬੇ ਵਿੱਚ ਇਸ ਤਰ੍ਹਾਂ ਦੇ ਲੰਗਰ ਲਗਾਉਣ ਦੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿੱਥੇ ਆਤਮਿਕ ਸਰੀਰਕ ਭੁੱਖ ਹਰੇਕ ਦੀ ਪੂਰੀ ਹੁੰਦੀ ਹੈ। ਦੁਨੀਆ ਵਿੱਚ ਇਸ ਤਰ੍ਹਾਂ ਦੇ ਲੰਗਰ ਦੀ ਮਿਸਾਲ ਘੱਟ ਹੀ ਮਿਲਦੀ ਹੈ। ਤਖਤਾਂ ਦੀ ਰਚਨਾ ਕਰਨ ਤੋਂ ਬਾਅਦ ਸਤਿਗੁਰੂ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਅਕਾਲ ਪੁਰਖ ਤੋਂ ਇੱਕ ਅਨੋਖੀ ਤਰ੍ਹਾਂ ਦੇ ਲੰਗਰ ਦੀ ਵਿਵਸਥਾ ਨੂੰ ਦਰਗਾਹ 'ਚੋਂ ਲਿਆਂਦਾ। ਧੰਨ ਨੇ ਸਤਿਗੁਰੂ ਜੋ ਕਲਯੁਗੀ ਜੀਵਾਂ ਨੂੰ ਇੰਨੀਆਂ ਬਖਸ਼ਿਸ਼ਾਂ ਦੇ ਨਾਲ ਮਾਲਾ-ਮਾਲ ਕਰ ਰਹੇ ਨੇ। ਗੁਰਦੁਆਰਾ ਦੁੱਖ ਨਿਵਾਰਨ ਵਿਖੇ ਮਹਾਰਾਜ ਸੰਗਤਾਂ ਦੇ ਭਾਰੀ ਇਕੱਠ ਵਿੱਚ ਸ਼ੋਭਮਾਨ ਨੇ। ਸੰਗਤ ਮਹਾਰਾਜ ਤੋਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੀ ਸੀ। ਜਦੋਂ ਤੱਕ ਮੂਸਾਪੁਰ ਤੋਂ ਮਿਸਤਰੀ ਕਰਤਾਰ ਸਿੰਘ ਨੇ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਚਰਨਾਂ ਤੇ ਆ ਕੇ ਸੀਸ ਟਿਕਾ ਦਿੱਤਾ, ਮਹਾਰਾਜ ਜੀ ਨੇ ਕਰਤਾਰ ਸਿੰਘ ਨੂੰ ਹੁਕਮ ਦਿੱਤਾ ਕਿ ਲੰਗਰ ਦਾ ਨਕਸ਼ਾ ਬਣਾਓ, ਕਿਉਂਕਿ ਸੰਗਤ ਵਾਸਤੇ ਦੇਗ ਤੇ ਲੰਗਰ ਹਰ ਵਕਤ ਹੋਣੇ ਚਾਹੀਦੇ ਨੇ। ਕਰਤਾਰ ਸਿੰਘ ਨੇ ਕਾਗਜ਼ ਤੇ ਬਹੁਤ ਹੀ ਖੂਬਸੂਰਤ ਨਕਸ਼ਾ ਬਣਾ ਕੇ ਮਹਾਰਾਜ ਦੇ ਚਰਨਾਂ ਵਿੱਚ ਭੇਂਟ ਕੀਤਾ। ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਨਕਸ਼ੇ ਨੂੰ ਬਹੁਤ ਹੀ ਰੀਝ ਨਾਲ ਤੱਕਿਆ ਤੇ ਨਕਸ਼ੇ ਨੂੰ ਪਾੜ ਦਿੱਤਾ। ਬਾਬੇ ਮਾਨੇ ਨੂੰ ਹੁਕਮ ਕੀਤਾ ਕਿ ਚੱਕ ਭਾਂਡੇ ਕਰਮ ਸਿੰਘ ਦੇ ਖੇਤ ਵਿੱਚ ਰਸੋਖਾਨਾ ਬਣਾ ਦਈਏ। ਮਹਾਰਾਜ ਨੇ ਕਰਮ ਸਿੰਘ ਨੂੰ ਸੱਦਣ ਲਈ ਕੁਝ ਬੰਦੇ ਭੇਜੇ। ਮਹਾਰਾਜ ਜੀ ਕਹਿਣ ਲੱਗੇ, ਕਰਮ ਸਿੰਘ, ਦਮਦਮਾ ਸਾਹਿਬ ਦੇ ਨਾਲ ਦਾ ਖੇਤ ਛੱਡ ਦੇ, ਇੱਥੇ ਰਾਈਆਂ ਤੇ ਸੰਗਤਾਂ ਦੇ ਆਰਾਮ, ਜਲ ਪਾਣੀ ਤੇ ਲੰਗਰ ਲਈ ਜਗ੍ਹਾ ਬਣਾ ਦਈਏ। ਕਰਮ ਸਿੰਘ ਤੇ ਜਵਾਰ ਸਿੰਘ ਨੇ ਖੇਤ ਛੱਡ ਦਿੱਤਾ। ਬਾਬੇ ਮਾਨੇ ਕੋਲੋਂ ਭਾਂਡੇ ਰਖਵਾ ਮਹਾਰਾਜ ਨੇ ਲੰਗਰ ਸ਼ੁਰੂ ਕਰਵਾ ਦਿੱਤਾ। ਜਗਤ ਸਿੰਘ ਤੇ ਪ੍ਰੀਤਮ ਸਿੰਘ ਨੇ ਸਿਖਲਾ ਕੇ ਕਰਮ ਸਿੰਘ ਤੋਂ ਰਸੋਖਾਨੇ ਵਾਸਤੇ ਖੇਤ ਲਈ ਬਾਬੇ ਮਾਨੇ ਕੋਲ ਮਹਾਰਾਜ ਨੂੰ ਜਵਾਬ ਦੇ ਦਿੱਤਾ। ਮਹਾਰਾਜ ਨੇ ਬਾਬੇ ਮਾਨੇ ਨੂੰ ਹੁਕਮ ਕੀਤਾ ਕਿ ਚੱਕ ਭਾਂਡੇ। ਬਾਬੇ ਮਾਨੇ ਨੂੰ ਭਾਂਡੇ ਚਕਵਾ ਕੇ ਆਪ ਮਜਾਰੇ ਵੱਲ ਨੂੰ ਹੋ ਤੁਰੇ। ਪਿੱਛੇ-ਪਿੱਛੇ ਬਾਬਾ ਮਾਨਾ ਜੇਠ ਦੀ ਸੰਗਰਾਂਦ 1916 ਈਸਵੀ ਨੂੰ ਮਹਾਰਾਜ ਨੇ ਆਪ ਭੱਠੀ ਕੱਢ ਤਵੀ ਟਿਕਾਈ। ਪਿੰਡ ਮਜਾਰੇ ਰਸੋਖਾਨੇ ਦੀ ਸ਼ੁਰੂਆਤ ਕੀਤੀ। ਬਾਬਾ ਮੂਲਾ ਘਟਾਰੋ ਵਾਲੇ ਤੋਂ ਸੀਦੇ ਦਾ ਪੂਰਾ ਸਮਾਨ ਬੋਰੇ 'ਚ ਪਵਾ ਬਾਬੇ ਮਾਨੇ ਕੋਲ ਭੇਜ ਦਿੱਤਾ। ਆਪ ਪਿੰਡ ਝਿੰਗੜੀ ਆ ਗਏ। ਬਾਬਾ ਜਵਾਰ ਸਿੰਘ ਜੀ ਦੇ ਸਪੁੱਤਰ ਭਾਈ ਇੰਦਰ ਸਿੰਘ ਨੂੰ ਹੁਕਮ ਕੀਤਾ ਕਿ ਜਾ ਲੰਗਰ ਦਾ ਮਹੂਰਤ ਕਰਕੇ ਆ। 10 ਕਨਾਲ ਪਿੰਡ ਦੀ ਸ਼ਾਮਲਾਟ ਪਈ ਸੀ। ਬਾਬੇ ਮਾਨੇ ਨੂੰ ਲੰਗਰ ਦੀ ਸੇਵਾ ਸੰਭਾਲ ਦਿੱਤੀ। ਭਾਈ ਇੰਦਰ ਸਿੰਘ ਨੇ ਆਪ ਕੋਲ ਬੈਠ ਕੇ ਲੰਗਰ ਬਣਵਾਇਆ। ਪੰਛੀਆਂ, ਦਰਵੇਸ਼ਾਂ ਤੇ ਛੋਟੇ ਬੱਚਿਆਂ ਨੂੰ ਪਹਿਲਾਂ ਲੰਗਰ ਛਕਾ, ਫਿਰ ਸੰਗਤਾਂ ਨੂੰ ਛਕਾਇਆ। ਰਸੋਖਾਨੇ ਇੱਕ ਥੜਾ ਬਣਿਆ ਹੋਇਆ ਸੀ। ਮਹਾਰਾਜ ਉਸ ਉੱਪਰ ਬੈਠਦੇ ਸਨ। ਫਿਰ 2 ਖਣ ਦਾ ਕਮਰਾ ਬਣਾ ਦਿੱਤਾ। ਇੱਕ ਕਮਰਾ ਬਣਾ ਕੇ ਉਸ ਵਿੱਚ ਪਲੰਘ ਢਾ ਦਿੱਤਾ ਗਿਆ। ਸਤਿਗੁਰੂ ਉਸ ਥਾਂ ਨੂੰ ਆਪਣਾ ਤਖਤ ਕਹਿੰਦੇ ਸਨ। ਆਪ ਤੇ ਸੰਗਤਾਂ ਤੋਂ ਮੱਥਾ ਟਿਕਵਾਉਂਦੇ ਸਨ। ਬਾਅਦ ਵਿੱਚ
उस थां ते ही महाराज जी का संस्कार किया गया। 15 भादरों 1940 ਨੂੰ ਜਦੋਂ ਸਤਿਗੁਰੂ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਇਸ ਸੰਸਾਰ ਵਿੱਚ ਸਰੀਰ ਕਰਕੇ ਨਹੀਂ ਰਹੇ, ਆਪ ਜੀ ਦਾ ਸੰਸਕਾਰ ਵੀ ਇਸੇ ਜਗ੍ਹਾ ਤੇ ਕੀਤਾ ਗਿਆ ਜਿੱਥੇ ਕਿ ਸਤਿਗੁਰੂ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਸਮਾਧ ਬਣੀ ਹੋਈ ਹੈ। ਇਸ ਧਰਤੀ ਤੇ ਸ਼ੋਭਾ ਵਧਾ ਰਹੀ ਹੈ। ਰਸੂਖਾਨਾ ਮਜਾਰਾ ਰਾਜਾ ਸਾਹਿਬ ਨੂੰ ਦਰਗਾਹੀ ਬਖਸ਼ਿਸ਼ਾਂ ਪ੍ਰਾਪਤ ਨੇ। ਇਸ ਥਾਂ ਤੇ ਅਕਾਲ ਪੁਰਖ ਆਪ ਵਰਤ ਰਿਹਾ ਹੈ। ਬਾਣੀ, ਨਾਮ ਸਿਮਰਨ ਤੇ ਲੰਗਰ ਦਾ ਜਗ ਜੋ ਇੱਥੇ ਚੱਲ ਰਿਹਾ ਹੈ, ਸ਼ਾਇਦ ਹੀ ਕਿਤੇ ਚੱਲਦਾ ਹੋਵੇ। ਧੰਨ ਨੇ ਕਲਯੁਗ ਦੇ ਅਵਤਾਰ, ਕਲਯੁਗੀ ਜੀਵਾਂ ਦੇ ਰੱਖਿਅਕ ਬਣ ਕੇ ਆਏ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦਾ ਰਸੂਖਾਨਾ, ਜਿੱਥੇ ਸੰਗਤ ਲਈ ਪ੍ਰਸ਼ਾਦੇ ਮਨੁੱਖਾਂ ਤੋਂ ਤਿਆਰ ਨਹੀਂ ਹੁੰਦੇ, ਸਗੋਂ ਲੰਗਰ ਮਸ਼ੀਨਾਂ ਪਕਾਉਂਦੀਆਂ ਨੇ। ਦੁਆਬੇ ਦੀ ਧਰਤੀ ਤੇ ਸ਼ੋਭਾਮਾਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਸਮਾਧ, ਜਿਸ ਨੂੰ ਸੋਨੇ ਨਾਲ ਸਜਾਇਆ ਗਿਆ ਹੈ। ਬਾਬੇ ਮਾਨੇ ਤੋਂ ਬਾਅਦ ਸਤਿਗੁਰੂ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਨੇ ਚੱਕ ਬਿਲਗਾ ਤੋਂ ਸੰਤ ਬਿਰਤੀ ਦੇ ਆਪਣੇ ਅਨੰਨ ਸੇਵਕ ਬਾਬਾ ਪੂਰਨ ਦਾਸ ਨੂੰ ਰਸੂਖਾਨੇ ਦਾ ਮਹੰਤ ਥਾਪਿਆ। ਮਹਾਰਾਜ ਜੀ ਆਪ ਕੋਲ ਬੈਠ ਕੇ ਮਹੰਤ ਪੂਰਨ ਦਾਸ ਤੋਂ ਸੇਵਾ ਕਰਾਉਂਦੇ ਸਨ। ਮਹੰਤ ਪੂਰਨ ਦਾਸ ਜੀ ਮਹਾਨ ਭਜਨੀਕ ਮਹਾਰਾਜ ਦੇ ਮੁੱਢਲੇ ਸੇਵਾਦਾਰ ਹੋਏ ਨੇ। ਮਹੰਤ ਪੂਰਨ ਦਾਸ ਜੀ ਸੇਵਾ ਦੀ ਇੱਕ ਮਿਸਾਲ ਨੇ। ਉਹਨਾਂ ਨੇ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਰਸੂਖਾਨੇ ਲਈ ਪਾਏ ਪੂਰਨਿਆਂ ਤੇ ਚੱਲਦੇ ਹੋਏ ਇਸ ਸੰਸਾਰ ਵਿੱਚ ਰਸੂਖਾਨੇ ਦਾ ਨਾਮ ਦੁਨੀਆ ਵਿੱਚ ਮਿਸਾਲ ਬਣਾ ਦਿੱਤਾ। ਮਹੰਤ ਪੂਰਨ ਦਾਸ ਜੀ ਸੇਵਾ ਤੇ ਸਿਮਰਨ ਕਰਕੇ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਚਰਨ ਕਮਲਾਂ ਨਾਲ ਇੱਕਮਿਕ ਹੋ ਗਏ। ਇੰਨੀ ਸੇਵਾ ਕੀਤੀ ਜੋ ਸੰਸਾਰ ਤੇ ਮਿਸਾਲ ਬਣੀ। ਅਖੀਰ ਵਿੱਚ ਮਹੰਤ ਪੂਰਨ ਦਾਸ ਜੀ ਨੇ ਆਪਣਾ 5 ਭੌਤਿਕ ਸਰੀਰ ਵੀ ਰਸੂਖਾਨੇ ਦੀ ਸੇਵਾ ਕਰਦਿਆਂ ਤਿਆਗ ਦਿੱਤਾ। ਇਹ ਹੈ ਨਗਰ ਮਜਾਰਾ ਵਿੱਚ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦਾ ਘਰ, ਜਿਸ ਨੂੰ ਕਿ ਬਾਬਾ ਮੰਗੂ ਦਾ ਘਰ ਵੀ ਕਹਿੰਦੇ ਨੇ। ਬਹੁਤਾ ਸਮਾਂ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਇਸ ਘਰ ਰਹਿੰਦੇ ਸਨ ਤੇ ਆਪਣਾ ਘਰ ਕਹਿੰਦੇ ਸਨ। ਮਾਤਾ ਜੱਸੀ ਤੇ ਬਾਕੀ ਪਰਿਵਾਰ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ। ਇਸ ਘਰ ਵਿੱਚ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਨੇ। ਮਹਾਰਾਜ ਜੀ ਦਾ ਪਲੰਗ, ਬਿਸਤਰਾ, ਘੜਾ, ਕੁੜਤਾ, ਰੁਮਾਲੀ ਦਰੀ, ਚਾਦਰਾ, ਪੱਖੀਆਂ, ਲੋਹੇ ਦੇ ਬਰਤਨ, ਕੱਚੀ ਮਿੱਟੀ ਦੇ ਭਾਂਡੇ, ਦਰਵੇਸ਼ਾਂ ਦੇ ਦੁੱਧ ਪਿਲਾਉਣ ਵਾਲੇ ਦੇ ਦਰਸ਼ਨ ਅੱਜ ਵੀ ਕੀਤੇ ਜਾ ਸਕਦੇ ਨੇ।